Good morning students, I am your Ram Singh present again with new topic that is the outbreak of revolution. As you know that our chapter is going on the French Revolution, that is the first chapter of our history book. So here outbreak of a revolution, so how the revolution started in France, so that topic we are going to discuss here. Louis XVI had to increase taxes for reasons you have learnt in the previous parts of the chapter. So he was committed to increase the taxes. How do you think he could have gone about doing this? ਤੁਸੀਂ सोच सकते हो कि वो किमें इस चीज़ ਨੂੰ ਵਧਾ ਰਿਹਾ ਹੋਵੇਗਾ. So what he did in the France of the old regime, the monarch did not have the power to impose taxes according to his will alone. So ਉਸ ਟਾਈਮ ਜਿਹੜਾ ਸੀਗਾ ਉਹ ਇਕੱਲਾ ਨਹੀਂ ਟੈਕਸਸ ਜਿਹੜਾ ਸੀਗਾ ਵਧਾ ਸਕਦਾ ਸੀ. Rather he had to call a meeting of the states journals. ਪਹਿਲੇ ਅਸੀਂ 3 states ਪੜ੍ਹ ਕੇ ਆਏ ਹਾਂ, ਉਸ ਦੇ ਜਰਨਲ ਜਿਹੜੇ ਸੀਗੇ ਉਹਨਾਂ ਨੂੰ ਨਾਲ ਲੈ ਕੇ which would then pass his proposal for new taxes. ਉਹ ਤਿੰਨੋਂ ਉੱਥੇ ਆਉਣਗੇ, ਤਿੰਨੋਂ ਸਟੇਟਸ ਦੇ 3 ਜਰਨਲਸ ਆਉਣਗੇ, ਉਹ ਉੱਥੇ ਆਉਣਗੇ ਤਾਂ ਹੀ ਜਿਹੜਾ ਹੈਗਾ ਉਹ ਟੈਕਸਸ ਇੰਕਰੀਜ਼ ਕਰ ਸਕਦਾ ਸੀ. The state journals was a political body to which the 3 states sent their representatives. ਜਿਹੜੇ ਉਹਨਾਂ ਦੇ representatives ਜਿਹੜੇ ਸੀਗੇ ਤਿੰਨੋਂ ਸਟੇਟਸ ਨੇ ਉੱਥੇ ਭੇਜੇ ਸੀਗੇ. However, the monarch alone could decide when to call a meeting of this body. ਜਿਹੜਾ monarch ਸੀਗਾ ਸਿਰਫ ਉਹੀ ਡਿਸਾਈਡ ਕਰ ਸਕਦਾ ਸੀ ਕਿ ਕਦੋਂ ਇਹਨਾਂ ਦੀ ਮੀਟਿੰਗ ਕਰਨੀ ਹੈ. The last time it was done was in 1614. ਸੋ 1614 ਦੇ ਵਿੱਚ ਪਹਿਲੇ ਹੋਇਆ ਸੀਗਾ ਸਭ ਤੋਂ ਪਹਿਲੇ, ਅਤੇ ਹੁਣ ਇਹ ਜਿਹੜਾ ਸੀਗਾ ਇਸ ਟਾਈਮ ਦੇ ਵਿੱਚ ਹੋਣ ਜਾ ਰਿਹਾ ਸੀਗਾ. ਦੈਟ ਵਾਜ਼ ਦ ਟਾਈਮ 5 May 1789. 5 May 1789. Louis XVI called together an assembly of the States General to pass proposals for new taxes. ਜਿਹੜੇ ਉਸਨੇ ਅਸੈਂਬਲੀ ਬੁਲਾਈ ਜਰਨਲਸ ਦੀ ਔਰ ਉਸ ਦੇ ਵਿੱਚ ਜਿਹੜਾ ਸੀਗਾ ਨਵੇਂ ਟੈਕਸਿਸ ਨੂੰ ਇੰਟਰੋਡਿਊਸ ਕਰਨ ਵਾਸਤੇ ਉਹ ਤਿਆਰ ਸੀਗਾ. Resplendent hall in Versailles was prepared to host the delegates. ਉਹ ਇੱਕ ਹਾਲ ਸੀਗਾ ਰੈਸਪਲੈਂਡੈਂਟ ਵਰਸਲਸ ਦੇ ਵਿੱਚ, ਇੱਕ ਹਾਲ ਸੀ ਕਾਫੀ ਵੱਡਾ. ਤੁਸੀਂ ਉਹ ਜਿਹੜਾ ਸੀਗਾ ਇੱਥੇ ਪਿਕਚਰ ਦੇਖ ਸਕਦੇ ਹੋ, ਤੁਹਾਡੀ ਬੁੱਕ ਦੇ ਉੱਪਰ ਬਣੀ ਹੋਈ ਹੈਗੀ ਆ. ਸੋ ਉਹ ਜਿਹੜੀ ਸੀਗੀ ਉਸ ਦੇ ਵਿੱਚ ਸਾਰਾ ਉਹਨੇ ਪ੍ਰਬੰਧ ਕੀਤਾ. ਦ ਫਸਟ ਐਂਡ ਸੈਕਿੰਡ ਸਟੇਟ ਸੈਂਟ 300 the first and second state sent 300 representatives each, who were seated in rows facing each other on 2 sides. ਉਹ ਬੈਠੇ ਸੀਗੇ ਇੱਕ ਦੂਸਰੇ ਵੱਲ ਮੂੰਹ ਕਰਕੇ, 300 ਬੰਦਾ ਜਿਹੜਾ ਸੀਗਾ ਉਹਨਾਂ ਦਾ. while the 600 members of third state, ਜਿਹੜੀ ਥਰਡ ਸਟੇਟ ਸੀ ਉਹਦੇ 600 ਮੈਂਬਰ ਆਏ ਇਕੱਲੀ ਦੇ, ਉਹਨਾਂ ਨੂੰ ਕਿੱਥੇ ਖੜਨਾ ਪੈ ਰਿਹਾ ਸੀ? they had to stand at the back. ਉਹਨਾਂ ਦੇ ਪਿੱਛੇ ਜਿਹੜਾ ਸੀਗਾ ਉਹ ਦੋਨੋਂ ਬੈਠੇ ਨੇ ਦੋਨੋਂ ਸਾਈਡ 'ਤੇ ਫੇਸ ਕਰਕੇ, ਔਰ ਜਿਹੜੇ ਥਰਡ ਸਟੇਟ ਦੇ ਮੈਂਬਰ ਸੀਗੇ ਉਹਨਾਂ ਨੂੰ ਉਹਨਾਂ ਦੇ ਪਿੱਛੇ 600 ਬੰਦੇ ਨੂੰ ਖੜਨਾ ਪੈਣਾ ਸੀਗਾ. ਬੇਇੱਜ਼ਤੀ ਨਹੀਂ ਹੋ ਰਹੀ. The third state was represented by its more prosperous and educated members. ਜਿਹੜੇ ਐਜੂਕੇਟਡ ਔਰ ਪ੍ਰੋਸਪੈਰਸ ਮੈਂਬਰ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਉਹ ਜਿਹੜੀ ਸੀ ਪਰਮਿਸ਼ਨ ਸੀ ਉੱਥੇ ਜਾਣ ਦੀ. Peasants, artisans and women were denied entry to the assembly. ਉਹਨਾਂ ਨੂੰ ਅੰਦਰ ਆਉਣ ਨਹੀਂ ਦਿੱਤਾ. However, their grievances and demands were listed in some 40,000 letters. 40,000 ਲੈਟਰ ਦੇ ਵਿੱਚ ਉਹਨਾਂ ਨੇ ਆਪਦੇ ਗ੍ਰੀਵੈਂਸਸ, ਆਪਦੇ ਸ਼ਿਕਵੇ, ਗਿਲੇ ਸ਼ਿਕਵੇ ਜਿੰਨੇ ਵੀ ਸੀ ਉਹ ਲਿਖ ਕੇ ਅੰਦਰ ਭੇਜ ਦਿੱਤੇ. Voting in the state journal in the past had been conducted according to the principle that each state had one vote. ਸੋ ਇੱਕ ਸਟੇਟ ਜਿਹੜੀ ਹੈਗੀ ਆ ਉਸ ਦੀ ਇੱਕ ਵੋਟ ਹੈ. ਦੇਖੋ ਹੁਣ ਤੁਸੀਂ ਪਹਿਲੀ ਗੱਲ ਤਾਂ ਇਹ ਹੈ, ਅਤੇ 600 ਮੈਂਬਰ ਥਰਡ ਸਟੇਟ ਦਾ, 300 ਮੈਂਬਰ ਦੂਸਰੀ ਦਾ, ਦੋਨਾਂ ਦਾ, ਠੀਕ ਹੈ ਜੀ. ਤਾਂ ਉਹ ਜਿਹੜਾ ਹੈਗਾ ਸਾਡੇ ਕੋਲ 900 ਬੰਦਾ ਉੱਥੇ ਇਕੱਠਾ ਹੋ ਗਿਆ, ਬਟ ਵੋਟਾਂ ਕਿੰਨੀਆਂ ਪੈਣੀਆਂ ਨੇ? ਓਨਲੀ 3, ਹੈ ਨਾ, ਕਿਉਂਕਿ ਈਚ ਸਟੇਟ ਹੈਜ਼ 1 ਵੋਟ. ਈਚ ਸਟੇਟ ਹੈਜ਼ 1 ਵੋਟ. ਇੱਕ ਸਟੇਟ ਦੀ ਇੱਕ ਵੋਟ ਹੈਗੀ ਆ, ਰਾਈਟ. ਬਟ ਮੈਂਬਰਸ ਆਫ ਥਰਡ ਸਟੇਟ ਡਿਮਾਂਡਡ ਦੈਟ ਵੋਟਿੰਗ ਨਾਓ ਬੀ ਕੰਡਕਟਡ ਬਾਈ ਦੀ ਅਸੈਂਬਲੀ ਐਜ਼ ਏ ਹੋਲ. ਉਹ ਕਹਿੰਦੇ ਵੀ ਸਾਰੇ ਵੋਟਾਂ ਪਾਉਣਗੇ ਹੁਣ. ਵੇਅਰ ਈਚ ਮੈਂਬਰ ਵੁੱਡ ਹੈਵ 1 ਵੋਟ. ਹਰ ਇੱਕ ਮੈਂਬਰ ਦੀ ਇੱਕ ਵੋਟ ਹੋਏਗੀ. ਦੇਖੋ ਜਿਹੜਾ ਹੈਗਾ 1 ਵੋਟ 1 ਵੈਲਿਊ ਦੀ ਜਿਹੜੀ ਹੈਗੀ ਹੈ ਇੱਕ ਸਟਾਰਟਿੰਗ ਹੈਗੀ ਇੱਥੇ ਦੇਖੋ ਤੁਸੀਂ. This was one of the democratic principle put forward by philosophers like Rousseau in his book The Spirit Social Contract. ਜਿਹੜੀ ਇੱਥੇ ਸਪਿਰਿਟ ਸੀਗੀ, ਸੋਸ਼ਲ ਕੰਟਰੈਕਟ ਜਿਹੜੀ ਹੈਗੀ ਆ, ਦਾ ਸਪਿਰਿਟ ਜਿਹੜੀ ਸੀਗੀ ਉਹ ਸੌਰੀ ਇਸ ਦੇ ਵਿੱਚ ਜਿਹੜਾ ਹੈਗਾ ਫਿਲੋਸਫਰ ਹੈਗਾ ਰੂਸੋ ਹੈ ਜਿਸ ਨੇ ਉਹ ਬੁੱਕ ਲਿਖੀ ਸੀ ਦ ਸੋਸ਼ਲ ਕੰਟਰੈਕਟ.
ये भी नोट करने वाली हैगी तुहाडे। वैन द किंग रिजैक्टेड दिस प्रपोजल, वो जो सोशल कॉन्ट्रैक्ट बुक लिखी सी उसके अकॉर्डिंग वो फॉलो कर रहे थे उन्होंने, क्योंकि किताबां पढ़ के उन्होंने अकल आ गई सी ना भी किवें हक लेना है। मैंबरस ऑफ थर्ड स्टेट वॉकड आउट ऑफ द असैंबली इन प्रोटेस्ट, जोड़े थर्ड स्टेट के मैंबर से सारे बाहर निकल गए, वॉकड आउट। क्यों? क्योंकि प्रोटेस्ट कर रहे थे, कहते असीं नहीं इस दे पेपर च है जी। द रिप्रजेंटेटिव्स ऑफ थर्ड स्टेट viewed themselves as spokesmen for the whole French nation, ਜਿਹੜੇ ਉਹ ਸਪੋਕਸਮੈਨ ਬਣ ਗਏ, मतलब कि सारे नेशन वास्ते, सारे फ्रेंच नेशन वास्ते ਜਿਹੜੇ ਸੀਗੇ ਬਣ ਗਏ ਸੀਗੇ। On 20 June they assembled in the hall of an indoor tennis court in the ground of Versailles, ਉੱਥੇ ਟੈਨਿਸ ਕੋਰਟ ਜਿਹੜਾ ਸੀਗਾ ਉਸ ਦੇ ਵਿੱਚ ਇਕੱਠੇ ਹੋ ਗਏ ਉਹ ਵਰਸਲਸ ਦੇ ਵਿੱਚ। They declared themselves a national assembly, तो आपदे आप ਨੂੰ ਜਿਹੜਾ ਸੀਗਾ ਨੈਸ਼ਨਲ ਅਸੈਂਬਲੀ ਡਿਕਲੇਅਰ ਕਰ ਦਿੱਤਾ ਸੀਗਾ ਉਹਨਾਂ ਨੇ। And swore not to disperse till they had drafted a constitution for France that would limit the power of the monarch, ਉਹ ਕਹਿੰਦੇ ਉਦੋਂ ਤੱਕ ਨਹੀਂ ਅਸੀਂ ਇੱਥੋਂ ਹਿੱਲਣਾ ਜਦੋਂ ਤੱਕ ਅਸੀਂ ਕੌਨਸਟੀਟਿਊਸ਼ਨ ਨਹੀਂ ਲਿਖ ਸਕਦੇ ਜਿਹੜਾ ਲਿਖ ਲੈਂਦੇ ਜਿਹੜਾ ਕਿ ਮੋਨਾਰਕ ਦੀਆਂ ਪਾਵਰਸ ਨੂੰ ਲਿਮਿਟ ਕਰ ਦੇਗਾ। ਐਂਡ ਆਫਟਰ ਦੈਟ ਦੇ ਵਰ ਲੈਡ ਬਾਏ ਮਿਰਾਬੋ एंड अब्बासीज, ये दो परसन है इन्हों लीड कर रहे थे। मिराबो वाज बॉर्न इन नोबल फैमिली बट वाज कन्विंस्ड ऑफ द नीड टू डू अवे विद अ सोसाइटी ऑफ फ्यूडल प्रिविलेजेस, पर वो किसी कारणा करके जिहड़ा सीगा इन्हां दे नाल जिहड़ा सीगा वो मेल नहीं खाती सी, उहदी सोच जिहड़ा सीगा इन्हां ते अक्या होया सीगा। ही ब्राउट out a journal and delivered powerful speeches to the crowds assembled at Versailles, so उस बंदे ने बहुत ज़्यादा पावरफुल जिहड़े स्पीचेस दिते उत्थे और उहदे नाल जिहड़े सीगे लोग प्रभावित होए और होर भी जिहड़ा सीगा वो मोटिवेट होए कि असीं अपने हक्कां नूं हासिल करना हैगा। Abbassiz, originally a priest, wrote an influential pamphlet called What is the Third Estate, उस बंदे ने जिहड़ा सीगा एक पैम्फलेट लिखिया और बहुत फेमस होया, इन्फ्लुएंशियल सीगा, काफ़ी अच्छी जिहड़ी शब्दावली सीगी ते उसका नाम सीगा वट इज़ द थर्ड स्टेट। वाइल द नैशनल असैंबली वाज बिजी एट वर्सल्स ड्राफ्टिंग अ कॉन्स्टिट्यूशन द रेस्ट ऑफ द फ्रांस शीथड विद टर्मोइल, जदों नैशनल असैंबली उत्थे बैठे कॉन्स्टिट्यूशन बना रहे थे तो बाकी जिहड़ा सीगा सारा टेंशन दे विच जिहड़ा सीगा फिकर दे विच पिया होया सी। अ सीवियर विंटर हैड मीन अ बैड हारवैसट, ठंड बहुत ज़्यादा सीगी, फसलां जद नाल होईयां नहीं, जिहड़ा सीगा फसलां ना होण करके जिहड़ा सी ब्रैड का रेट वो काफ़ी वध गया उत्थे और बहुत सारे लोग जिहड़े सीगे वो लंबियां लंबियां लाइनां दे विच जिहड़ा सीगा उन्हां नूं खड़ के खाना लैना पैंदा सी, मिलदा ही नहीं सीगा, राइट, क्योंकि ये तां है नहीं भी उत्थे चुल्हिਆਂ ਦਾ सिस्टम ज़्यादा हुंदा हैगा, अपने तां घर घर रोटी पकदी है, उत्थे बेकरीज तो ज़्यादा खांदे हैगे है ना। ते सो क्राउड्स ऑफ एंग्री वूमैन स्टॉर्मड इनटू द शॉप्स, जिहड़े गुस्से च आईयां औरतां जिहड़ियां सीगियां वो बेकरी शॉप्स दे विच गुस्से च आईयां वड़ गईयां ते उत्थे लुੱਟ खो जिहड़ी सी वो खाने दी कीती, उन्होंने ब्रैड दी कीती। एट द सेम टाइम द किंग ऑर्डर ट्रूप्स टू मूव इनटू पैरिस, जिहड़ा किंग सीगा उसने पैरिस दे विच जिहड़ा सीगा उन्होंने भेज दिता कि जिहड़े ट्रूप्स सीगे उन्होंने भेज दिता। ऑन 14 जुलाई एज वी स्टार्टड ऑन द स्टार्टिंग ऑफ द चैप्टर, on 14th July the agitated crowd stormed and destroyed the Bastille, as you know that we have already read about it. In the countryside, rumours spread from village to village that lords of manor had hired bands of brigands who were in their way to destroy the ripe crops, उधरों किसी ने अफवाह आती कहते हुण अपने जिहड़ियां पक्कियां होईयां फसलां उन्हां नूं तबाह करने वास्ते जिहड़े लोग हैगे आ फौज आ रही हैगी आ। Caught in a frenzy of fear, peasants in several districts seized hoes and pitchforks and attacked chitocks, उत्थे हुण गुस्से जाए, तुहानूं पता उत्थे किसानां कोल जिहड़े सीगे फिर उत्थे उन्हां कोल सी जिहड़े सीगे होस पिचफॉक्स है ना, तंगलियां, ठीक है, दसांगे वगैरह बहुत कुछ सीगा इस तरह का, तुहानूं पता ही है एग्रीकल्चरल जिहड़े किते दे नाल जुड़े हुए ने। ते उस दे जिहड़ा सीगा चिटॉक्स दे विच उपर अटैक करदा। चिटॉक्स मीनस कैसल और स्टेटली रेजिडेंस बिलोंगिंग टू अ किंग और अ नोबलमैन, ठीक है, वो सीगा उस दे उपर जिहड़ा सीगा हमला कर दिता। दे लूटेड होर्डेड ग्रेन एंड बर्नट डाउन डॉक्यूमेंट कंटेनिंग रिकॉर्ड्स ऑफ मैनोरियल ड्यूज, उन्होंने उत्थे जिहड़ा सीगा ग्रेन उसनूं होर्डेड ग्रेन जिहड़ा उत्थे जमा किया होया सीगा खाना पीना ग्रेन्स फूड ग्रेन्स वो सारे लुट लए उन्होंने, तो उत्थे जिहड़े सीगे डॉक्यूमेंट्स जिहड़े कागज पत्तर सी जिन्हां दे विच मैनोरियल ड्यूज मतलब कि जी किसी का करजा किहदा किन्ना हैगा वो सारिਆਂ ਨੂੰ अग ला के साड़ता उन्होंने।
A large number of nobles fled from their homes, many of them migrating to neighboring countries. So ਉਹਨਾਂ ਦੇ ਵਿੱਚ ਜਿਹੜੇ ਨੋਬਲ ਸੀਗੇ ਉਹ ਸਾਰੇ ਭੱਜ ਗਏ ਛੱਡ ਕੇ, ਤੇ ਕੋਈ ਤਾਂ ਘਰਾਂ 'ਚ ਲੁਕ ਗਏ, ਗੁਆਂਢੀ ਘਰਾਂ 'ਚ ਚਲੇ ਗਏ ਹੈ ਨਾ, ਤੇ ਕਈ ਪਿੰਡ ਛੱਡ ਕੇ ਨਾਲ ਦੇ ਪਿੰਡਾਂ 'ਚ ਚਲੇ ਗਏ. And faced with the power of his revolting subject, Louis XVI finally accorded recognition to the National Assembly and accepted the principle that his powers would from now on be checked by constitution. फिर उन्होंने पता लग्या भी हुण लुई 16 कहता भी हुण काबू च नहीं आने हालात, लोग भड़क चुके हैं तो ये नुकसान करनगे. नुकसान तो काफ़ी कर ही चुके थे. हुण राजा मन गया, कहता भी ठीक है मैं नैशनल असैंबली नूं जिहड़ा हैगा मनता हैगा और कॉन्स्टिट्यूशन दे विच जिहड़ा हैगा मैं अपनी पावर्स नूं लिमिट करता हैगा. On the night of 4 August 1789, the Assembly passed a decree abolishing the feudal system of obligation and taxes. So 4 August 1789 ਜਿਹੜਾ ਸੀਗਾ ਅਸੈਂਬਲੀ ਨੇ ਇੱਕ ਡਿਕਰੀ ਪਾਸ ਕੀਤੀ, ਮਤਲਬ ਕਿ ਡਾਕੂਮੈਂਟ ਮਤਾ ਜਿਹਨੂੰ ਕਹਿ ਸਕਦੇ ਅਸੀਂ ਪਾਸ ਕੀਤਾ ਕਿ ਉਹ ਟੈਕਸਿਸ ਔਰ ਓਬਲੀਗੇਸ਼ਨ ਜਿਹੜੀਆਂ ਹੈਗੀਆਂ ਸਾਰੀਆਂ ਖਤਮ ਹੋਣਗੀਆਂ. ਮੈਂਬਰਸ ਆਫ ਦ ਕਲਰਜੀ ਟੂ ਵਰ ਫੋਰਸਡ ਟੂ ਗਿਵ ਅਪ ਦੇਅਰ ਪ੍ਰਿਵਿਲੇजेस. tithes were abolished and land owned by the church were confiscated. ਜਿਹੜਾ ਸੀ ਚਰਚ ਦੇ ਕਬਜ਼ੇ 'ਚ ਜ਼ਮੀਨਾਂ ਸੀ ਉਹ ਸਾਰੀਆਂ ਛੁਡਾ ਲਈਆਂ ਉਹਨਾਂ ਨੇ. ਐਜ਼ ਰਿਜ਼ਲਟ ਦਾ ਗਵਰਨਮੈਂਟ ਐਕਵਾਇਰ ਐਸੈਟਸ worth at least 2 billion levers. ਸੋ ਜਿਹੜੀ ਗਵਰਨਮੈਂਟ ਜਿਹੜੀ ਸੀਗੀ ਉਸਨੇ ਉਸ ਤੋਂ ਜਿਹੜੇ ਸੀਗੇ ਉਹ ਆਪਣੇ ਜਿਹੜੇ ਸੀਗੇ 2 ਬਿਲੀਅਨ ਲੇਵਰਸ ਜਿਹੜਾ ਸੀਗਾ ਉਹ ਸਾਰਾ ਜਿਹੜਾ ਗਵਰਨਮੈਂਟ ਦਾ ਨੁਕਸਾਨ ਹੋਇਆ ਸੀਗਾ ਐਸੈਟਸ ਦਾ ਸਾਰਾ ਜਿਹੜਾ ਲੋਕਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ ਸੀਗਾ. ਸੋ ਵਿਦ ਦਿਸ ਆਈ finish my today's topic. So I hope you will understand this and you understood that. So I'll see you in your next video.